ने दिते गए ने गुरमीत सिंह मीत हेयर। 5 महकमे जिहड़े ने उन्हां दे कोल आए ने। गुरमीत सिंह मीत हेयर दा भी कद उच्चा होया है। वाटर रिसोर्सिस महकमा उन्हां कोल है, माइनिंग महकमा उन्हां दे कोल है, साइंस टैक्नोलॉजी एंड एनवायरनमेंट महकमा उन्हां दे कोल है और नाल नाल स्पोर्ट्स एंड यूथ सर्विस जिहड़ी है ये महकमा मीत हेयर दे कोल है। ये 5 महकमे जिहड़े ने गुरमीत सिंह मीत हेयर नूं दिते गए ने और गुरमीत सिंह खुडिया होरां दी बड़ी जबरदस्त एंट्री कैबिनेट दे विच हुई है। 3 वड्डे महकमे फूड प्रोसैसिंग एक बहुत अहम महकमा है वो गुरमीत सिंह खुडिया नूं दे दिता गया और नाल ही नाल खेतीबाड़ी पंजाब के नवे मंत्री गुरमीत सिंह खुडिया बन गए ने। एनीमल हसबेंडरी महकमा जिहड़ा पहला लालजीत भुल्लर कोल सी वो भी गुरमीत सिंह खुडिया होरां नूं दे दिता गया था। इस वेले नवे पोर्टफोलियो सब तो पहला तुसीं न्यूज़ 18 ते देख रहे हो। ये नवे पोर्टफोलियो जिहड़े ने सब तो पहला न्यूज़ 18 अपने दर्शकों के नाल साझे कर रहा है। ये तस्वीरां साझियां कीतियां सीगियां सब तो पहला कि किस तरीके नाल अज कैबिनेट दे विच 2 मंत्रियों की एंट्री हुई और उस तो बाद दोवें मंत्रियों नूं बड़े अहम जिहड़े ने पोर्टफोलियो दिते गए ने। बड़ा अहम रोल जिहड़ा है सरकार दे विच उन्हां दा रहण वाला है। बिल्कुल बिल्कुल तो असी पोर्टफोलियो दस रहे हैं महकमिਆਂ ਦੀ ਵੰਡ क्योंकि ਜਦੋਂ ਨਵੀਂ कैबिनेट ਬਣਦੀ है कैबिनेट ਦੇ ਵਿੱਚ ਨਵੇਂ ਚਿਹਰਿਆਂ ਦੀ ਐਂਟਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ पोर्टफोलियो ਦਾ ਹੁੰਦਾ ਹੈ। ਸੋ पोर्टफोलियो ਕਿਹੜੇ ਮਹਿਕਮੇ ਦੇ ਵਿੱਚ ਮੰਤਰੀ ਨੂੰ ਕਿਹੜਾ ਜਿਹੜਾ पोर्टफोलियो ਦਿੱਤਾ ਗਿਆ ਕੀ ਰੀਸ਼ਫਲ ਹੋਇਆ ਹੈ ਉਹ पोर्टफोलियो ਅਸੀਂ ਦੱਸ ਰਹੇ ਹਾਂ। ਇਸ ਵੇਲੇ ਲਿਸਟ ਨਿਊਜ਼ 18 ਦੇ ਦਰਸ਼ਕਾਂ ਨੂੰ ਅਸੀਂ ਦਿਖਾ ਰਹੇ ਹਾਂ ਕਿਹੜੇ ਕਿਹੜੇ ਮੰਤਰੀਆਂ ਨੂੰ पोर्टफोलियो ਦਿੱਤੇ ਗਏ ਨੇ। 2 मंत्री ਜਿਹੜੇ ਨਵੇਂ ਚਿਹਰੇ ਅੱਜ ਕੈਬਨਿਟ ਦਾ ਹਿੱਸਾ ਬਣੇ ਨੇ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੂੰ 3 ਅਹਿਮ ਵਿਭਾਗ ਦਿੱਤੇ ਗਏ ਨੇ। ਖੇਤੀਬਾੜੀ ਮਹਿਕਮਾ, ਦੂਸਰਾ ਪਸ਼ੂ ਪਾਲਣ ਵਿਭਾਗ ਐਨੀਮਲ ਹਸਬੈਂਡਰੀ ਔਰ ਤੀਸਰਾ ਫੂਡ ਪ੍ਰੋਸੈਸਿੰਗ। 3 ਮਹਿਕਮੇ ਜਿਹੜੇ ਨੇ ਉਹ ਮਿਲੇ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਔਰ ਜਿਹੜੇ ਨੇ ਬਲਕਾਰ ਸਿੰਘ ਨਵੇਂ ਮੰਤਰੀ ਬਣੇ ਨੇ। ਬਲਕਾਰ ਸਿੰਘ ਨੂੰ ਵੀ ਸਭ ਤੋਂ ਅਹਿਮ ਵਿਭਾਗ ਲੋਕਲ ਬਾਡੀਜ਼ ਸਥਾਨਕ ਸਰਕਾਰਾਂ ਬਾਰੇ ਵਿਭਾਗ ਦਿੱਤਾ ਗਿਆ ਹੈ ਔਰ ਇਸ ਦੇ ਨਾਲ ਪਾਰਲੀਮੈਂਟਰੀ ਅਫੇਅਰਸ ਜਿਹੜਾ ਹੈ ਉਹ ਮਹਿਕਮਾ ਉਹਨਾਂ ਦੇ ਕੋਲ ਰਹੇਗਾ। ਸੋ ਮੇਨ ਮਹਿਕਮਾ ਲੋਕਲ ਗਵਰਨਮੈਂਟ ਸਥਾਨਕ ਸਰਕਾਰ ਜਿਸ ਨੂੰ ਕਿਹਾ ਜਾਂਦਾ ਲੋਕਲ ਬਾਡੀਜ਼ ਲੋਕਲ ਗਵਰਨਮੈਂਟ ਮਹਿਕਮਾ ਦਿੱਤਾ ਗਿਆ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਸੀ ਕਿ ਐਂਟਰੀ ਉਸ ਚੀਜ਼ ਨੂੰ ਮੁੱਖ ਰੱਖ ਕੇ ਹੋਈ ਹੈ। ਅੱਗੇ ਨਗਰ ਨਿਗਮਾਂ ਦੀਆਂ ਚੋਣਾਂ ਆਉਣ ਵਾਲੀਆਂ ਔਰ ਜਿਹੜਾ ਮਹਿਕਮਾ ਜਿਸ ਤੋਂ ਅਸਤੀਫਾ ਦਿੱਤਾ ਸੀ ਡਾਕਟਰ ਨਿੱਜਰ ਨੇ ਉਹੀ ਮਹਿਕਮਾ ਬਲਕਾਰ ਸਿੰਘ ਹੋਰਾਂ ਨੂੰ ਦੇ ਦਿੱਤਾ ਗਿਆ। ਪਰ ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਾਇਆ ਗਿਆ। ਕੁਲਦੀਪ ਸਿੰਘ ਧਾਲੀਵਾਲ ਤੋਂ ਮਹਿਕਮਾ ਖੇਤੀਬਾੜੀ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੇ ਦਿੱਤਾ ਗਿਆ। NRI ਅਫੇਅਰਸ ਜਿਹੜਾ ਮਹਿਕਮਾ ਹੈ ਉਹ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਰਹਿ ਗਿਆ ਔਰ ਐਡਮਿਨਿਸਟ੍ਰੇਟਿਵ ਰਿਫਾਰਮਸ ਪ੍ਰਸ਼ਾਸਕੀ ਸੁਧਾਰ ਇਹ ਮਹਿਕਮਾ ਜਿਹੜਾ ਹੈ ਉਹ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਰਹਿ ਗਿਆ। ਪਰ ਕੁਲਦੀਪ ਸਿੰਘ ਧਾਲੀਵਾਲ ਤੋਂ 2 ਅਹਿਮ ਮਹਿਕਮੇ ਜਿਹੜੇ ਨੇ ਉਹ ਖੁੱਸ ਗਏ ਨੇ। ਇੱਕ ਖੇਤੀਬਾੜੀ ਮਹਿਕਮਾ ਤੇ ਦੂਸਰਾ ਪੰਚਾਇਤ ਮਹਿਕਮਾ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮਾ ਜਿਹੜਾ ਸੀ ਉਹ ਲਾਲਜੀਤ ਭੁੱਲਰ ਨੂੰ ਦੇ ਦਿੱਤਾ ਗਿਆ ਜਿਨ੍ਹਾਂ ਦੇ ਕੋਲ ट्रांसपोर्ट महकमा पहला ही सी। ट्रांसपोर्ट महकमे के नाल हुण लालजीत भुल्लर पेंडू विकास ते पंचायत महकमे की भी जिम्मेवारी संभालणगे। सो 2 अहम महकमे लालजीत भुल्लर दे कोल चले गए ने। गुरमीत सिंह मीत हेयर जिन्हां दे कोल वाटर रिसोर्सिस है, माइनिंग एंड जियोलॉजी है, साइंस टैक्नोलॉजी है, स्पोर्ट्स खेडां ते युवक सेवावां है और कंजरवेशन ऑफ लैंड एंड वाटर है। ये महकमे जिहड़े ने मीत हेयर दे कोल रहणगे या मीत हेयर दे ਮਹਿਕਮਿਆਂ ਦੇ ਵਿੱਚੋਂ ਕਿਉਂਕਿ ਉਹਨਾਂ ਦਾ ਨਾਮ ਇਸ ਲਈ ਕੀਤਾ ਗਿਆ ਕਿ ਉਹਨਾਂ ਦੇ ਮਹਿਕਮੇ ਦੇ ਵਿੱਚੋਂ ਇੱਕ ਮਹਿਕਮੇ ਨੂੰ ਸ਼ਿਫਟ ਕੀਤਾ ਗਿਆ। ਸੋ ਬਾਕੀ ਜਿਹੜੇ 4 ਨਾਮ ਨੇ ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਭੁੱਲਰ, ਬਲਕਾਰ ਸਿੰਘ ਤੇ ਗੁਰਮੀਤ ਸਿੰਘ ਖੁੱਡੀਆਂ। ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮਹਿਕਮਾ ਅਹਿਮ ਵਿਭਾਗ ਦਿੱਤਾ ਗਿਆ ਔਰ ਖੇਤੀਬਾੜੀ ਮਹਿਕਮੇ ਦੇ ਨਾਲ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਵਿਭਾਗ ਉਹ ਵੀ ਇੱਕ ਅਹਿਮ ਵਿਭਾਗ ਹੈ ਜੇ ਆਪਾਂ ਪੇਂਡੂ ਇਲਾਕਿਆਂ ਦੇ ਮੱਦੇ ਨਜ਼ਰ ਦੇਖੀਏ ਕਿਉਂਕਿ ਇੱਕ ਪੇਂਡੂ ਹਲਕੇ ਤੋਂ ਆਉਂਦੇ ਨੇ ਗੁਰਮੀਤ ਸਿੰਘ ਖੁੱਡੀਆਂ ਔਰ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਖੇਤੀਬਾੜੀ ਬੈਕਗ੍ਰਾਉਂਡ ਤੋਂ ਹੈ। ਜੱਟ ਜ਼ਿਮੀਂਦਾਰ ਨੇ ਪੇਸ਼ੇ ਵਜੋਂ ਖੇਤੀ ਦਾ ਕਿੱਤਾ ਕਰਦੇ ਨੇ ਔਰ ਇਸੇ ਕਰਕੇ ਉਹਨਾਂ ਨੂੰ ਖੇਤੀਬਾੜੀ ਸੌਂਪਿਆ ਗਿਆ। ਰੱਖਿਆ ਗਿਆ ਗੁਰਮੀਤ ਸਿੰਘ ਖੁੱਡੀਆਂ ਦਾ ਖੇਤੀਬਾੜੀ, ਐਨੀਮਲ ਹਸਬੈਂਡਰੀ ਤੇ ਫੂਡ ਪ੍ਰੋਸੈਸਿੰਗ ਤਿੰਨੇ ਮਹਿਕਮੇ ਆਪਸ ਦੇ ਵਿੱਚ ਜੁੜੇ ਹੋਏ ਨੇ, ਕਨੈਕਸ਼ਨ ਹੈ ਔਰ ਇਸੇ ਕਰਕੇ ਤਿੰਨੇ ਮਹਿਕਮੇ ਇਕੱਠੇ ਹੀ ਇੱਕ ਮੰਤਰੀ ਨੂੰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਦੇ ਦਿੱਤੇ ਗਏ। दूसरे महकमे का जिक्र करते हैं बलकार सिंह होरां दा लोकल बॉडीज स्थानक सरकारां बारे विभाग जिसनूं कहा जाता है पंजाबी च लोकल बॉडीज महकमा जो डॉक्टर निज्जर ने अस्तीफा देण नाल दिता सी उन्होंने खाली होया सी वो महकमा बलकार सिंह होरां कोल एज इट इज चला गया। नाल उन्हां नूं पार्लीमेंटरी अफेयर्स जिहड़ा महकमा सी वो जोड़ दिता गया। उस तो इलावा लालजीत भुल्लर दा कद वधिया पहला ट्रांसपोर्ट मंत्री सी हुण पंचायत मंत्री भी बन गए ने। ट्रांसपोर्ट मंत्री दे नाल पेंडू विकास ते पंचायत विभाग भी लालजीत भुल्लर नूं दे दिता गया और कुलदीप सिंह धालीवाल का कद इस घटिया है। पिछली बार जदों
ਕੈਬਨਿਟ ਰੀਸ਼ਫਲ ਹੋਇਆ ਸੀ ਤਾਂ ਅਮਨ ਅਰੋੜਾ ਦਾ ਅਹਿਮ ਮਹਿਕਮਾ ਖੁੱਸ ਗਿਆ ਸੀ, ਪਰ ਇਸ ਵਾਰ ਕੁਲਦੀਪ ਸਿੰਘ ਧਾਲੀਵਾਲ ਦਾ ਅਹਿਮ ਮਹਿਕਮਾ ਖੁੱਸਿਆ ਹੈ। ਇੱਕ ਨਹੀਂ ਦੋ ਮਹਿਕਮੇ ਖੁੱਸੇ ਨੇ, ਇੱਕ ਪੰਚਾਇਤ ਵਿਭਾਗ ਤੇ ਇੱਕ ਖੇਤੀਬਾੜੀ ਵਿਭਾਗ। ਦੋਨੇ ਅਹਿਮ ਮਹਿਕਮੇ ਜਿਹੜੇ ਨੇ ਉਹ ਕੁਲਦੀਪ ਸਿੰਘ ਧਾਲੀਵਾਲ ਤੋਂ ਚਲੇ ਗਏ ਨੇ ਔਰ ਇੱਕ ਮਹਿਕਮਾ ਚਲਾ ਗਿਆ ਲਾਲਜੀਤ ਭੁੱਲਰ ਹੋਰਾਂ ਨੂੰ ਔਰ ਦੂਸਰਾ ਮਹਿਕਮਾ ਖੇਤੀਬਾੜੀ ਮਹਿਕਮਾ ਚਲਾ ਗਿਆ ਗੁਰਮੀਤ ਸਿੰਘ ਖੁੱਡੀਆਂ ਨੂੰ। ਸੋ ਇਹ ਨਵੀਂ ਲਿਸਟ ਹੈ ਜਿਹੜੀ ਮਹਿਕਮਿਆਂ ਦੀ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਸੋ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦਾ ਕੱਦ ਜਿਹੜਾ ਹੈ ਉਹ ਵਧਿਆ ਹੈ। ਸਰਕਾਰ ਦੇ ਵਿੱਚ ਨਵੀਂ ਜ਼ਿੰਮੇਵਾਰੀ ਮਿਲਦੇ ਹੀ ਕੈਬਨਿਟ ਦੇ ਵਿੱਚ ਉਹ ਪਹਿਲੀਆਂ ਜਿਹੜੇ ਅਹਿਮ ਮਹਿਕਮੇ ਨੇ, ਪਹਿਲੀਆਂ ਪੋਜੀਸ਼ਨਾਂ ਹੁੰਦੀਆਂ ਨੇ ਉਸ ਦੇ ਵਿੱਚ ਆ ਕੇ ਖੜੇ ਹੋਏ ਨੇ, ਪਹਿਲੀ ਕਤਾਰ ਦੇ ਵਿੱਚ ਆ ਕੇ ਖੜੇ ਹੋਏ ਨੇ। ਸੋ ਇਹ ਇਸ ਵੇਲੇ ਜਿਹੜੀ ਅਸੀਂ ਲਿਸਟ ਹੈ ਦਰਸ਼ਕਾਂ ਦੇ ਨਾਲ ਸਭ ਤੋਂ ਪਹਿਲਾਂ ਨਿਊਜ਼ 18 ਤੇ ਸਾਂਝੀ ਕਰ ਰਹੇ ਹਾਂ। ਕੈਬਨਿਟ ਰੀਸ਼ਫਲ ਤੋਂ ਬਾਅਦ ਜਿਹੜੀ ਇਹ ਨਵੀਂ ਸੂਚੀ ਆਈ ਹੈ ਜਿਸ ਦੇ ਵਿੱਚ ਮੰਤਰੀਆਂ ਦੇ ਜਿਹੜੇ ਮਹਿਕਮੇ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੋਰਟਫੋਲੀਓਜ਼ ਜਿਸ ਨੂੰ ਕਿਹਾ ਜਾਂਦਾ ਹੈ, ਵੱਖ-ਵੱਖ ਵਿਭਾਗਾਂ ਦੀ ਵੰਡ ਜਿਸ ਨੂੰ ਲਿਖਦੇ ਆ ਕਿ ਕੈਬਨਿਟ ਦੇ ਵਿੱਚ ਕਿਹੜੇ ਮੰਤਰੀ ਦੇ ਕੋਲ ਕਿਹੜੇ ਵਿਭਾਗ ਹੋਣਗੇ। ਮੁੱਖ ਮੰਤਰੀ ਦੇ ਕੋਲ ਜਿਹੜੇ ਵਿਭਾਗ ਸੀ ਉਹ ਐਜ਼ ਇਟ ਇਜ਼ ਰੱਖੇ ਗਏ ਨੇ, ਉਹਨਾਂ ਨੂੰ ਛੇੜਿਆ ਨਹੀਂ ਗਿਆ, ਪਰ ਕੁਲਦੀਪ ਸਿੰਘ ਧਾਲੀਵਾਲ ਦੇ ਮਹਿਕਮੇ ਬਦਲ ਕੇ ਉਹਨਾਂ ਚੋਂ ਇੱਕ ਮਹਿਕਮਾ ਲਾਲਜੀਤ ਭੁੱਲਰ ਤੇ ਦੂਸਰਾ ਮਹਿਕਮਾ ਗੁਰਮੀਤ ਖੁੱਡੀਆਂ ਨੂੰ ਦੇ ਦਿੱਤਾ ਗਿਆ ਔਰ ਬਾਕੀ ਦੇ ਜਿਹੜੇ ਮਹਿਕਮੇ ਨੇ ਉਹਨਾਂ ਦੇ ਵਿੱਚ ਵੀ ਬਦਲਾਵ ਹੋਇਆ। ਜਿਹੜਾ ਇੱਕ ਖਾਲੀ ਹੋਈ ਸੀ ਸੀਟ ਡਾਕਟਰ ਨਿੱਜਰ ਦੇ ਛੱਡਣ ਤੋਂ ਬਾਅਦ ਉਹੀ ਲੋਕਲ ਬਾਡੀਜ਼ ਐਜ਼ ਇਟ ਇਜ਼ ਬਲਕਾਰ ਸਿੰਘ ਹੋਰਾਂ ਨੂੰ ਦੇ ਦਿੱਤਾ ਗਿਆ। ਇਹ ਵੀ ਸਭ ਤੋਂ ਅਹਿਮ ਮਹਿਕਮਾ। ਜੇ ਮੂਰਲੇ ਮਹਿਕਮੇ ਜੇ ਦੇਖਿਆ ਜਾਵੇ, ਜੇ ਗ੍ਰਹਿ ਵਿਭਾਗ ਜਾਂ ਕਾਰਪੋਰੇਸ਼ਨ ਵਿਭਾਗ, ਸਹਿਕਾਰਤਾ ਵਿਭਾਗ, ਇਹਨਾਂ ਦਾ ਜ਼ਿਕਰ ਕਰੀਏ, ਰੈਵਨਿਊ ਡਿਪਾਰਟਮੈਂਟ, ਇਹ ਅਹਿਮ ਮਹਿਕਮੇ ਹੁੰਦੇ ਨੇ ਜਿਹਦੇ ਚੋਂ ਕੁਝ ਮਹਿਕਮੇ ਸੀਐਮ ਦੇ ਕੋਲ ਨੇ, ਪਰ ਉਸ ਤੋਂ ਬਾਅਦ ਜੇ ਵਿੱਤ ਮੰਤਰਾਲੇ ਤੋਂ ਬਾਅਦ ਜੇ ਜ਼ਿਕਰ ਕਰੀਏ ਤਾਂ ਸ਼ਹਿਰੀ ਵਿਕਾਸ ਜਾਂ ਫਿਰ ਲੋਕਲ ਬਾਡੀਜ਼ ਵਰਗੇ ਮਹਿਕਮਿਆਂ ਦਾ ਜ਼ਿਕਰ ਹੁੰਦਾ ਹੈ। ਤਾਂ ਉਹ ਮੂਰਲੀ ਕਤਾਰ ਦੇ ਜਿਹੜੇ ਮਹਿਕਮੇ ਨੇ ਉਹ ਬਲਕਾਰ ਸਿੰਘ ਨਵੇਂ ਬਣੇ ਕੈਬਨਿਟ ਮਿਨਿਸਟਰ ਨੂੰ ਦੇ ਦਿੱਤਾ ਗਿਆ ਹੈ ਉਹ ਮਹਿਕਮਾ। ਔਰ ਉਸ ਤੋਂ ਬਾਅਦ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮਹਿਕਮਾ, ਬੇਹੱਦ ਅਹਿਮ ਵਿਭਾਗ, ਪੰਚਾਇਤ ਮਹਿਕਮਾ ਦੇ ਦਿੱਤਾ ਗਿਆ ਲਾਲਜੀਤ ਭੁੱਲਰ ਨੂੰ ਤੇ ਕੁਲਦੀਪ ਧਾਲੀਵਾਲ ਦੇ ਦੋਨੋਂ ਮਹਿਕਮੇ ਉਹਨਾਂ ਤੋਂ ਖੁੱਸ ਗਏ ਨੇ। ਸੋ ਪੋਰਟਫੋਲੀਓ ਦੇ ਨਾਲ ਜੁੜੀ ਵੱਡੀ ਅਪਡੇਟ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਪੰਕਜ ਕਪਾਹੀ ਮੇਰੇ ਸਹਿਯੋਗੀ ਥੋੜੀ ਦੇਰ ਦੇ ਵਿੱਚ ਜੁੜਨਗੇ ਕਿਉਂਕਿ ਇਸ ਵੇਲੇ ਇਹ ਚਰਚਾ ਕਰਨੀ ਬੜੀ ਬਣਦੀ ਹੈ ਕਿ ਕਿਹੜੇ ਮੰਤਰੀ ਦਾ ਕੱਦ ਵਧਿਆ ਤੇ ਕਿਹੜੇ ਦਾ ਕੱਦ ਘੱਟ ਕੀਤਾ ਗਿਆ ਹੈ। ਮਹਿਕਮਿਆਂ ਦੇ ਹਿਸਾਬ ਨਾਲ ਦੇਖਿਆ ਜਾਂਦਾ ਹੈ, ਜਦੋਂ ਕੋਈ ਕੈਬਨਿਟ ਮਿਨਿਸਟਰ ਬਣਦਾ ਹੈ ਤਾਂ ਮਹਿਕਮਿਆਂ ਦੇ ਹਿਸਾਬ ਨਾਲ ਦੇਖਿਆ ਜਾਂਦਾ ਹੈ ਕਿ ਕਿਸ ਮੰਤਰੀ ਨੂੰ ਵੱਡਾ ਮਹਿਕਮਾ ਦੇ ਕੇ ਉਸ ਦਾ ਕੱਦ ਵਧਾ ਦਿੱਤਾ ਗਿਆ ਤੇ ਕਿਸ ਮੰਤਰੀ ਤੋਂ ਵੱਡਾ ਮਹਿਕਮਾ ਲੈ ਕੇ ਉਸ ਦਾ ਕੱਦ ਘਟਾ ਦਿੱਤਾ ਗਿਆ। ਸੋ ਕੁਲਦੀਪ ਧਾਲੀਵਾਲ ਦਾ ਜੋ ਇਸ ਲਿਸਟ ਨੂੰ ਦੇਖ ਕੇ ਸਮਝ ਆਉਂਦਾ ਹੈ, ਕੁਲਦੀਪ ਧਾਲੀਵਾਲ ਦਾ ਕੱਦ ਘਟਿਆ ਹੈ ਇਸ ਪੋਰਟਫੋਲੀਓ ਦੇ ਵਿੱਚ ਨਵੇਂ ਰੀਸ਼ਫਲ ਦੇ ਵਿੱਚ ਔਰ ਲਾਲਜੀਤ ਭੁੱਲਰ ਦਾ ਕੱਦ ਵਧਿਆ ਹੈ। ਉਹਨਾਂ ਨੂੰ ਇੱਕ ਹੋਰ ਅਹਿਮ ਮਹਿਕਮਾ ਦੇ ਦਿੱਤਾ ਗਿਆ ਟਰਾਂਸਪੋਰਟ ਦੇ ਨਾਲ ਪੰਚਾਇਤ ਮਹਿਕਮਾ ਔਰ ਖੇਤੀਬਾੜੀ ਵਿਭਾਗ ਜਿਸ ਦਾ ਜ਼ਿਕਰ ਹੋ ਰਿਹਾ ਸੀ, ਜੋ ਅਸੀਂ ਨਿਊਜ਼ 18 ਤੇ ਪਹਿਲਾਂ ਹੀ ਜਾਣਕਾਰੀ ਦੇ ਰਹੇ ਸੀ ਸਾਡੇ ਸਹਿਯੋਗੀ ਪੰਕਜ ਕਪਾਹੀ ਕਿ ਇਹ ਮਹਿਕਮਾ ਦਿੱਤਾ ਜਾ ਸਕਦਾ ਹੈ ਗੁਰਮੀਤ ਸਿੰਘ ਖੁੱਡੀਆਂ ਨੂੰ। ਉਸ ਤੇ ਮੋਹਰ ਲੱਗ ਗਈ ਹੈ ਔਰ ਉਹ ਮਹਿਕਮਾ ਦਿੱਤਾ ਜਾ ਚੁੱਕਿਆ ਹੈ, ਲਿਸਟ ਆ ਚੁੱਕੀ ਹੈ, ਪੋਰਟਫੋਲੀਓ ਵੱਡੇ ਜਾ ਚੁੱਕੇ ਨੇ। ਗੁਰਮੀਤ ਸਿੰਘ ਖੁੱਡੀਆਂ ਪੰਜਾਬ ਦੇ ਨਵੇਂ ਖੇਤੀਬਾੜੀ ਮੰਤਰੀ ਬਣ ਗਏ ਨੇ। ਖੇਤੀਬਾੜੀ ਮਹਿਕਮਾ ਬਹੁਤ ਅਹਿਮ ਵਿਭਾਗ, ਪੰਜਾਬ ਦੀ ਜਿੰਨੀ ਪਿੰਡੂ ਖੇਤਰਾਂ ਦੀ ਆਬਾਦੀ ਹੈ ਸਿੱਧੇ ਉਸ ਆਬਾਦੀ ਦੇ ਨਾਲ ਜੁੜਿਆ ਹੋਇਆ ਮਹਿਕਮਾ। ਜਿਹੜੇ ਲੋਕ ਖੇਤੀ ਦਾ ਕੰਮ ਕਰਦੇ ਨੇ, ਕਿਸਾਨੀ ਹੈ, ਪਿਛਲੇ ਸਮੇਂ ਦੇ ਵਿੱਚ ਵੱਡਾ ਕਿਸਾਨ ਅੰਦੋਲਨ ਹੋਇਆ ਖੇਤੀਬਾੜੀ ਮੰਗਾਂ ਨੂੰ ਲੈ ਕੇ ਔਰ ਗੁਰਮੀਤ ਸਿੰਘ ਖੁੱਡੀਆਂ ਇੱਕ ਐਸੇ ਆਗੂ ਨੇ ਜਿਹੜੇ ਉਸ ਵੇਲੇ ਵੀ ਕਿਸਾਨ ਆਗੂਆਂ ਦੇ ਨਾਲ ਵਿਚਰਦੇ ਰਹੇ ਨੇ, ਗੱਲਬਾਤ ਕਰਦੇ ਰਹੇ ਨੇ ਔਰ ਜਿਨ੍ਹਾਂ ਦੀ ਕਿਸਾਨ ਆਗੂਆਂ ਦੇ ਵਿੱਚ ਇੱਕ ਚੰਗੀ ਭੈਂਟ ਹੈ ਜਾਂ ਉਹਨਾਂ ਦੇ ਕੁਝ ਰਿਸ਼ਤੇ ਜਿਹੜੇ ਨੇ ਕਿਸਾਨ ਆਗੂਆਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸੁਖਾਵੇਂ ਰਹੇ ਨੇ ਔਰ ਕਿਸਾਨ ਆਗੂ ਉਹਨਾਂ ਦੇ ਨਾਲ ਗੱਲਬਾਤ ਵੀ ਬਹੁਤ ਮੁੱਦਿਆਂ ਤੇ ਕਰਦੇ ਰਹੇ ਨੇ। ਪਰ ਕਿਉਂਕਿ ਉਹ ਇਕੱਲੇ ਵਿਧਾਇਕ ਸੀ ਇਸ ਕਰਕੇ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਲੈਣ ਦੀ ਪਾਵਰ ਨਹੀਂ ਸੀ, ਪਰ ਹੁਣ ਸਰਕਾਰ ਨੇ ਉਹਨਾਂ ਨੂੰ ਪਾਵਰਫੁਲ ਬਣਾ ਦਿੱਤਾ ਹੈ ਔਰ ਖੇਤੀਬਾੜੀ ਮਹਿਕਮਾ ਦੇ ਦਿੱਤਾ ਹੈ। ਹਾਲਾਂਕਿ ਜਿੱਡਾ ਵੱਡਾ ਮਹਿਕਮਾ ਹੁੰਦਾ ਓਡੀਆਂ ਵੱਡੀਆਂ ਚੁਣੌਤੀਆਂ ਵੀ ਨਾਲ ਜੁੜ ਜਾਂਦੀਆਂ ਨੇ ਔਰ ਗੁਰਮੀਤ ਸਿੰਘ ਖੁੱਡੀਆਂ ਦੇ ਸਾਹਮਣੇ ਇਹ ਚੁਣੌਤੀਆਂ ਤੇ ਰਹਿਣੀਆਂ ਹੀ ਨੇ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨੀ ਮੰਗਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਕਿਸਾਨ ਲਗਾਤਾਰ ਧਰਨੇ ਪ੍ਰਦਰਸ਼ਨ ਕਰਦੇ ਨੇ, ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀਆਂ ਮੰਗਾਂ ਰੱਖਦੇ ਨੇ। ਸੋ ਉਹ ਚੀਜ਼ਾਂ ਦੇ ਨਾਲ ਦੋ ਚਾਰ ਹੁਣ ਅੱਗੇ ਗੁਰਮੀਤ ਸਿੰਘ ਖੁੱਡੀਆਂ ਨੂੰ ਹੋਣਾ ਪਏਗਾ। ਜਿਹੜੀਆਂ ਮੀਟਿੰਗਾਂ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਕਰਦੇ ਸੀ, ਹੁਣ ਉਹੀ ਮੀਟਿੰਗਾਂ ਜਿਹੜੀਆਂ ਨੇ ਉਹ ਗੁਰਮੀਤ ਸਿੰਘ ਖੁੱਡੀਆਂ ਨੂੰ ਕਰਨੀਆਂ ਪੈਣਗੀਆਂ ਜਾਂ ਉਹਨਾਂ ਵੱਲੋਂ ਕੀਤੀਆਂ ਜਾਣਗੀਆਂ ਕਿਉਂਕਿ ਕਿਸਾਨੀ ਇਸ਼ੂਜ਼ ਜਿਹੜੇ ਨੇ ਪੰਜਾਬ ਦੇ ਵਿੱਚ ਬੇਹੱਦ ਜਿਹੜੇ ਨੇ ਪ੍ਰਾਇੋਰਟੀ ਤੇ ਵਿਚਾਰੇ ਜਾਂਦੇ ਨੇ ਜਾਂ ਉਹਨਾਂ ਨੂੰ
ਜਿਹੜੀ ਖਾਸ ਤਵੱਜੋ ਦਿੱਤੀ ਜਾਂਦੀ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਪ੍ਰਧਾਨ ਸੂਬੇ ਦੇ ਚੱਲਦੇ ਬਹੁਤ ਸਾਰੇ ਐਸੇ ਮਸਲੇ ਖੜੇ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁਣ ਗੁਰਮੀਤ ਸਿੰਘ ਖੁੱਡੀਆਂ ਦੇ ਮੋਢਿਆਂ ਤੇ ਹੋਏਗੀ। ਇਸ ਦੇ ਨਾਲ ਉਹਨਾਂ ਨੂੰ ਐਨੀਮਲ ਹਸਬੈਂਡਰੀ, ਕਿਉਂਕਿ ਉਹ ਵੀ ਐਨੀਮਲ ਹਸਬੈਂਡਰੀ ਪਸ਼ੂ ਪਾਲਣ ਵਿਭਾਗ ਖੇਤੀਬਾੜੀ ਮਹਿਕਮੇ ਦੇ ਨਾਲ ਹੀ ਜੁੜਿਆ ਹੋਇਆ। ਖੇਤੀਬਾੜੀ ਮਹਿਕਮਾ ਤੇ ਉਸ ਦੇ ਨਾਲ ਹੀ ਸੰਬੰਧਿਤ ਕਿੱਤੇ ਜਿਹੜੇ ਹੁੰਦੇ ਨੇ ਉਹ ਪਸ਼ੂ ਪਾਲਣ ਵਿਭਾਗ ਦੇ ਅੰਡਰ ਆਉਂਦੇ ਨੇ। ਫਿਰ ਫੂਡ ਪ੍ਰੋਸੈਸਿੰਗ, ਕਿ ਜੇ ਕਿਸਾਨ ਆਪਣੀ ਕੋਈ ਜਿੰਸ ਉਗਾਉਂਦੇ ਨੇ ਉਸ ਨੂੰ ਪ੍ਰੋਸੈਸ ਕਿਸ ਤਰੀਕੇ ਨਾਲ ਕਰਨਾ ਹੈ ਤਾਂ ਕਿ ਸਟੇਟ ਦਾ ਰੈਵਨਿਊ ਵੀ ਵਧੇ ਔਰ ਕਿਸਾਨ ਵੀ ਜਿਹੜੇ ਦੂਸਰੇ ਧੰਦਿਆਂ ਵੱਲ ਲੱਗ ਸਕਣ, ਪ੍ਰੇਰਿਤ ਹੋ ਸਕਣ। ਸੋ ਤਿੰਨੇ ਮਹਿਕਮਿਆਂ ਨੂੰ ਇਕੱਠਾ ਕਰ ਦਿੱਤਾ ਗਿਆ ਹੈ। ਇੱਕ ਕੰਪਲੀਟ ਪੈਕੇਜ ਇਹਨਾਂ ਮਹਿਕਮਿਆਂ ਦਾ ਇਕੱਠਾ ਕਰਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਦੇ ਦਿੱਤਾ ਗਿਆ। ਦੂਸਰੇ ਪਾਸੇ ਬਲਕਾਰ ਸਿੰਘ ਦਾ ਜ਼ਿਕਰ ਨਵੇਂ ਕੈਬਨਿਟ ਮੰਤਰੀ ਬਣੇ ਨੇ, ਜ਼ਰੂਰ ਕਰਨਾ ਹੋਏਗਾ ਸਥਾਨਕ ਸਰਕਾਰਾਂ ਵਿਭਾਗ। ਪੰਕਜ ਕਪਾਹੀ ਜੁੜ ਗਏ ਨੇ ਮੇਰੇ ਸਹਿਯੋਗੀ ਲਾਈਵ ਗੱਲਬਾਤ ਦੇ ਲਈ। ਪੋਰਟਫੋਲੀਓਜ਼ ਤੇ ਚਰਚਾ ਕਰਦੇ ਆ। ਪੰਕਜ, ਲਗਾਤਾਰ ਆਪਾਂ ਜ਼ਿਕਰ ਕਰ ਰਹੇ ਸੀ, ਦੋ ਨਾਮ ਤੁਸੀਂ ਲਏ ਸੀ ਕਿ ਬਲਕਾਰ ਸਿੰਘ ਨੂੰ ਦਿੱਤਾ ਜਾ ਸਕਦਾ ਹੈ ਲੋਕਲ ਬਾਡੀਜ਼ ਤੇ ਗੁਰਮੀਤ ਖੁੱਡੀਆਂ ਨੂੰ ਖੇਤੀਬਾੜੀ, ਦੋਨੇ ਉਹੀ ਨਿਕਲੇ ਨੇ। ਬਿਲਕੁਲ ਵਿਜੇ, ਕਿਉਂਕਿ ਨਿਊਜ਼ 18 ਦੇ ਟੌਪ ਸੋਰਸਿਸ ਨੇ ਇਹ ਜਾਣਕਾਰੀ ਦਿੱਤੀ ਸੀਗੀ ਕਿ ਨਵੇਂ ਲੋਕਲ ਬੋਡੀ ਜਿਹੜੇ ਨੇ ਉਹ ਬਲਕਾਰ ਸਿੰਘ ਹੋ ਸਕਦੇ ਨੇ। ਇਹ ਟੌਪ ਸੋਰਸਿਸ ਤੋਂ ਜਾਣਕਾਰੀ ਮਿਲੀ ਸੀ ਔਰ ਉਸ ਖਬਰ ਤੇ ਮੋਹਰ ਲੱਗੀ ਹੈ। ਔਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੀ ਜ਼ਬਰਦਸਤ ਐਂਟਰੀ ਜਿਹੜੀ ਹੈ ਉਹ ਕੈਬਨਿਟ ਦੇ ਵਿੱਚ ਹੋਈ ਹੈ। ਪਹਿਲੀ ਵਾਰ ਕੈਬਨਿਟ ਦੇ ਵਿੱਚ ਆਏ, ਪਹਿਲੀ ਵਾਰ ਵਿਧਾਇਕ ਚੁਣੇ ਗਏ ਔਰ ਜਿਹੜੇ ਮਹਿਕਮੇ ਦਿੱਤੇ ਗਏ ਨੇ, ਬੜੇ ਜ਼ਬਰਦਸਤ ਮਹਿਕਮੇ ਜਿਹੜੇ ਨੇ ਉਹਨਾਂ ਨੂੰ ਦਿੱਤੇ ਗਏ ਨੇ। ਪੰਜਾਬ ਦੇ ਨਵੇਂ ਖੇਤੀਬਾੜੀ ਮੰਤਰੀ ਬਣ ਗਏ ਨੇ। 31 ਤਰੀਕ ਦਾ ਜ਼ਿਕਰ ਹੋ ਰਿਹਾ ਸੀ ਕਿ ਨਵੀਂ ਖੇਤੀਬਾੜੀ ਪਾਲਿਸੀ ਜਿਹੜੀ ਹੈ ਅਗਲੀ 30 ਜੂਨ ਤੱਕ ਜਾਂ ਅਗਲੇ 1.5 ਮਹੀਨੇ ਦੇ ਵਿੱਚ ਆ ਜਾਣੀ ਹੈ। ਤਾਂ ਉਸ ਤੋਂ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਨੂੰ ਬਦਲ ਕੇ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਦੇ ਦਿੱਤੀ ਹੈ। ਔਰ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੂੰ ਤਾਂ ਹੁਣ ਪੰਚਾਇਤੀ ਮੰਤਰੀ ਨਹੀਂ ਬਲਕਿ ਕਬਜ਼ਾ ਛੁਡਾਓ ਮੰਤਰੀ ਦੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਾਣਨ ਲੱਗ ਪਏ ਸੀਗੇ। ਲਗਾਤਾਰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਕਬਜ਼ਾ ਛੁਡਾਓ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ, ਤਾਂ ਉਹ ਮਹਿਕਮਾ ਵੀ ਉਹਨਾਂ ਦੇ ਕੋਲੋਂ ਜਿਹੜਾ ਹੈ ਉਹ ਲੈ ਲਿੱਤਾ ਗਿਆ ਵਾ। ਇਹ ਇੱਕ ਬੜਾ ਹੈਰਾਨ ਕਰਨ ਵਾਲਾ, ਔਰ ਮੈਂ ਜਿਸ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਆਮ ਆਦਮੀ ਪਾਰਟੀ 'ਚ ਜਿਸ ਤਰੀਕੇ ਨਾਲ ਫੇਰ ਬਦਲ ਹੁੰਦੇ ਨੇ ਉਹ ਸਾਰਿਆਂ ਨੂੰ ਹੈਰਾਨ ਕਰਦੇ ਨੇ, ਤਾਂ ਉਹੀ ਤਸਵੀਰ ਦੇਖਣ ਨੂੰ ਮਿਲੀ ਹੈ। ਕੁਲਦੀਪ ਸਿੰਘ ਧਾਲੀਵਾਲ ਹੁਣ NRI ਮੰਤਰੀ ਜਿਹੜੇ ਨੇ ਉਹ ਬਣ ਕੇ ਰਹਿ ਗਏ ਨੇ। NRI ਮੰਤਰੀ ਦੇ ਨਾਲ ਇੱਕ ਹੋਰ ਮਹਿਕਮਾ ਜਿਹੜਾ ਵਾ ਉਹਨਾਂ ਨੂੰ ਦਿੱਤਾ ਗਿਆ। ਲੇਕਿਨ ਜਿਹੜੇ ਦੋ ਮਹਿਕਮਿਆਂ ਦੀ ਚਰਚਾ ਪੰਜਾਬ 'ਚ ਸਭ ਤੋਂ ਜ਼ਿਆਦਾ ਹੋ ਰਹੀ ਸੀ, ਖੇਤੀਬਾੜੀ ਮਹਿਕਮੇ ਦੀ ਔਰ ਦੂਸਰਾ ਪੰਚਾਇਤੀ ਮਹਿਕਮੇ ਦੀ, ਉਹ ਦੋਵੇਂ ਮਹਿਕਮੇ ਜਿਹੜੇ ਨੇ ਉਹਨਾਂ ਦੇ ਕੋਲੋਂ ਲੈ ਲਿੱਤੇ ਗਏ ਨੇ। ਮੀਤ ਹੇਅਰ ਭਗਵੰਤ ਮਾਨ ਦੇ ਬੇहद ਕਰੀਬੀ ਨੇ, ਪ੍ਰਮੋਸ਼ਨ ਉਹਨਾਂ ਦੀ ਹੋਈ ਹੈ। 5 ਮਹਿਕਮੇ ਮੀਤ ਹੇਅਰ ਦੇ ਕੋਲ ਨੇ। ਸਪੋਰਟਸ ਮਿਨਿਸਟਰ ਪਹਿਲਾਂ ਸੀ, ਮਾਈਨਿੰਗ ਵਿਭਾਗ ਉਹਨਾਂ ਦੇ ਕੋਲ ਪਹਿਲਾਂ ਸੀਗਾ, ਸਾਇੰਸ ਵਿਭਾਗ ਉਹਨਾਂ ਦੇ ਪਹਿਲਾਂ ਸੀਗਾ, ਲੇਕਿਨ 2 ਹੋਰ ਮਹਿਕਮੇ ਜਿਹੜੇ ਨੇ ਉਹਨਾਂ ਨੂੰ ਦੇ ਦਿੱਤੇ ਗਏ ਨੇ। ਤਾਂ ਲਾਲਜੀਤ ਭੁੱਲਰ, ਇਹ ਬੜਾ ਸਰਪ੍ਰਾਈਜ਼ਿੰਗ ਹੈ ਕਿ ਲਾਲਜੀਤ ਭੁੱਲਰ ਟਰਾਂਸਪੋਰਟ ਮੰਤਰੀ ਸੀਗੇ। ट्रांसपोर्ट मंत्री रहंदियां ते कहा गया कि लालजीत सिंह भुल्लर को तजर्बा नहीं है, लेकिन जिस तरीके नाल पिछले दिनों च काफी एक्टिव नजर आए, लगातार ਵੱਖ-ਵੱਖ ਬੱਸ ਸਟੈਂਡ ਤੇ ਜਾ ਕੇ ਕਈ ਥਾਵਾਂ ਤੇ ਜਾ ਕੇ ਬੱਸਾਂ ਦੀ ਚੈਕਿੰਗ ਕਰਦੇ ਹੋਏ ਨਜ਼ਰ ਆਏ। ਉਹਨਾਂ ਦਾ ਉਹ ਜਿਹੜਾ ਫੈਸਲਾ ਬੜਾ ਚਰਚਾ 'ਚ ਸੀਗਾ ਕਿ ਪੰਜਾਬ ਸਰਕਾਰ ਦੀਆਂ ਬੱਸਾਂ ਜਿਹੜੀਆਂ ਨੇ ਉਹ ਦਿੱਲੀ ਚੱਲਣਗੀਆਂ, ਹੁਣ ਪ੍ਰਾਈਵੇਟ ਕੰਪਨੀ ਦੀਆਂ ਨਹੀਂ ਚੱਲਣਗੀਆਂ। ਤਾਂ ਉਹਨਾਂ ਦੀ ਪ੍ਰਮੋਸ਼ਨ ਲਾਲਜੀਤ ਭੁੱਲਰ ਦੀ ਕਰ ਦਿੱਤੀ ਗਈ ਹੈ। ਰੂਰਲ ਡਿਵੈਲਪਮੈਂਟ ਐਂਡ ਪੰਚਾਇਤੀ ਯਾਨੀ ਕਿ ਗੁਆਂਢੀ ਸੀਗੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦਾ ਮਹਿਕਮਾ ਜਿਹੜਾ ਵੈ ਇਹ ਪੰਚਾਇਤੀ ਕਬਜ਼ਾ ਛੁਡਾਓ ਵਾਲਾ ਹੁਣ ਲਾਲਜੀਤ ਭੁੱਲਰ ਜਿਹੜੇ ਨੇ ਉਹ ਨਜ਼ਰ ਆਣਗੇ। ਔਰ ਅੱਜ ਹੀ ਡੈਡਲਾਈਨ ਖਤਮ ਹੋ ਰਹੀ ਸੀ, ਜਿਹੜੀ ਡੈਡਲਾਈਨ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦਿੱਤੀ ਗਈ ਸੀ ਕਿ 31 ਮਈ ਤੱਕ ਖੁਦ ਸਰੈਂਡਰ ਕਰ ਦਿਓ ਜਿਨ੍ਹਾਂ ਨੇ ਪੰਜਾਬ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਨੇ। ਅਗਰ ਨਹੀਂ ਸਰੈਂਡਰ ਕੀਤੇ ਤਾਂ ਮੈਂ ਇੱਕ ਵਾਰ ਫਿਰ 3rd ਸੀਰੀਜ਼ ਜਿਹੜੀ ਉਹ ਚਲਾਉਂਗਾ, 2 ਪਹਿਲਾਂ ਚਲਾਈਆਂ ਔਰ 3rd ਸੀਰੀਜ਼ ਚਲਾਉਂਗਾ ਕਿ ਕਿਸ ਤਰੀਕੇ ਦੇ ਨਾਲ ਕਬਜ਼ੇ ਛੁਡਵਾਉਂਗਾ। ਖੁਦ ਕਈ ਥਾਵਾਂ ਤੇ ਕਬਜ਼ੇ ਛੁਡਵਾਉਂਦੇ ਹੋਏ ਨਜ਼ਰ ਆਏ ਨੇ, ਤਾਂ ਉਹ ਭੂਮਿਕਾ ਹੁਣ ਲਾਲਜੀਤ ਸਿੰਘ ਭੁੱਲਰ ਨਿਭਾਉਂਦੇ ਹੋਏ ਨਜ਼ਰ ਆਣਗੇ। ਵਿਜੇ ਬਿਲਕੁਲ ਪੰਕਜ, ਮੈਂ ਇਸ ਦੇ ਵਿੱਚ ਇਹ ਜ਼ਰੂਰ ਜਾਨਣਾ ਚਾਹੂੰਗਾ, ਜਿਹੜਾ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਤੋਂ ਇਹ ਮਹਿਕਮੇ ਲਏ ਗਏ ਨੇ, ਕੋਈ ਇਹਦੀ ਵਜ੍ਹਾ ਕੁਝ ਪਤਾ ਹੋਵੇ, ਕੋਈ ਚਰਚਾਵਾਂ ਚੱਲ ਰਹੀਆਂ ਹੋਣ? ਦੇਖੋ, ਇਹ ਮੁੱਖ ਮੰਤਰੀ ਨੇ ਕਿਉਂਕਿ ਫੈਸਲੇ ਲੈਣੇ ਹੁੰਦੇ ਆ, ਮੁੱਖ ਮੰਤਰੀ ਦੇ ਅਧੀਨ ਇਹ ਫੈਸਲਾ ਆਉਂਦਾ ਹੈ। ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਦੇ ਕਈ ਬਿਆਨ ਅਜਿਹੇ ਹੁੰਦੇ ਸੀ ਜਿਹੜੇ ਸਰਕਾਰ ਦੇ ਲਈ ਜਿਹੜਾ ਵਾ ਇੱਕ ਨਵੀਂ ਮੁਸੀਬਤ ਖੜੀ ਕਰ ਸਕਦੇ ਨੇ। ਇਸ ਤਰੀਕੇ ਨਾਲ ਲੱਗਦਾ ਸੀਗਾ। ਆਈਲੈਟਸ ਵਾਲਾ ਬਿਆਨ ਉਹਨਾਂ ਦਾ ਬੜਾ ਸੁਰਖੀਆਂ 'ਚ ਰਿਹਾ ਕਿ ਆਈਲੈਟਸ ਜਿਹੜਾ ਉਹਨਾਂ ਨੂੰ ਸਬਜੈਕਟ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਇਹ ਬਿਆਨ ਉਹਨਾਂ ਦਾ ਚਰਚਾ 'ਚ ਸੀ। ਕੁਝ ਹੋਰ ਬਿਆਨ ਉਹਨਾਂ ਦੇ ਚਰਚਾ ਸੀ ਕਿ ਬਿਆਨਾਂ ਦੀ ਵਜ੍ਹਾ ਕਰਕੇ ਉਹਨਾਂ ਦਾ ਕੱਦ ਛੋਟਾ ਕੀਤਾ ਗਿਆ ਜਾਂ ਫਿਰ ਕੋਈ ਹੋਰ ਵਜ੍ਹਾ ਹੈ। ਇਹ ਮੁੱਖ ਮੰਤਰੀ ਤੈਅ ਕਰਦੇ ਆ, ਕਿਉਂਕਿ ਮੁੱਖ ਮੰਤਰੀ ਇਹ ਲਗਾਤਾਰ ਕਹਿੰਦੇ ਆ ਕਿ ਪਰਫਾਰਮੈਂਸ ਦੇਖੀ ਜਾਂਦੀ ਹੈ, ਪਰਫਾਰਮੈਂਸ ਦੇ ਆਧਾਰ ਤੇ ਹੀ ਪ੍ਰਮੋਸ਼ਨ ਹੁੰਦੀ ਹੈ, ਪਰਫਾਰਮੈਂਸ ਦੇ ਆਧਾਰ ਤੇ ਹੀ ਡਿਮੋਸ਼ਨ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤਾਂ ਜਿਹੇ 'ਚ
ਕੁਲਦੀਪ ਸਿੰਘ ਧਾਲੀਵਾਲ ਕੋ ਇਹ ਦੋ ਵੱਡੇ